ਸਤਿਗੁਰੂ ਕੀ ਬਖਸ਼ਿਸ਼ ਸਦਕਾ ਅਸੀਂ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਦੇ ਨਾਲ ਜੁੜ ਰਹੇ ਹਾਂ ਅਤੇ ਅਸੀਂ ਅੱਜ 11ਵੀਂ ਅਸ਼ਟਪਦੀ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ। ਸਤਿਗੁਰੂ ਇਕਾਗਰਤਾ ਬਣਾਉਣ, ਅਸੀਸ ਬਖਸ਼ਣ, ਆਪਣੀਆਂ ਵਿਚਾਰਾਂ ਕਰਨ ਅਤੇ ਸੁਣਨ ਦੀ ਸਮਰੱਥਾ ਬਖਸ਼ਣ। 11ਵੀਂ ਅਸ਼ਟਪਦੀ ਅੰਤਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਸ ਮਾਲਕ ਦੀ ਬੇਅੰਤ ਵਡਿਆਈ ਨੂੰ ਦ੍ਰਿਸ਼ਟਾ ਰਹੇ ਨੇ। ਅਸੀਂ ਬਾਹਰਲੇ ਕਾਰਜ ਤੱਕਦੇ ਹਾਂ, ਭਗਤ ਜਨ ਉਸ ਕਾਰਜ ਦੇ ਪਿੱਛੇ ਦਾ ਕਾਰਨ ਦੇਖਦੇ ਨੇ। ਜਗਤ ਬਾਹਰਲੇ ਕਰਮ ਤੇ ਹੀ ਰਹਿ ਜਾਂਦਾ ਹੈ, ਪਰ ਰੱਬ ਦੇ ਪਿਆਰਿਆਂ ਦੀ ਵਡਿਆਈ ਇਹ ਹੈ ਵੀ ਉਹ ਕਾਰਨ ਭਾਲਦੇ ਨੇ। ਸਾਨੂੰ ਤੇ ਕਰਮ ਦਿਸਿਆ ਹੈ, ਭਗਤ ਕਹਿੰਦਾ ਹੈ ਪਿੱਛੇ ਕਾਰਨ ਪਰਮਾਤਮਾ ਹੈ, ਉਸ ਵੱਲ ਜਾਓ। ਜੇ ਸਫਲ ਹੋਣਾ ਹੈ ਤੇ ਕਾਰਨ ਦੇ ਨਾਲ ਜੁੜਨਾ ਪਏਗਾ, ਕਰਮ ਨਾਲ ਜੁੜਿਆਂ ਗੱਲ ਨਹੀਂ ਬਣਦੀ। ਤੇ ਕਾਰਨ ਸਾਰੇ ਹੀ ਕਾਰਜਾਂ ਦਾ ਪਰਮਾਤਮਾ ਹੈ। ਕਿਸੇ ਵੀ ਹੋਂਦ ਦਾ ਕਾਰਨ ਉਹ ਕਰਤਾ ਹੈ, ਉਸ ਦੇ ਕਾਰਨ ਹੀ ਅਸੀਂ ਹੋਂਦ 'ਚ ਆਏ ਹਾਂ। ਜੇ ਉਹ ਨਾ ਹੋਏ ਤਾਂ ਸਾਡੀ ਹੋਂਦ ਜਿਹੜੀ ਹੈ ਕੁਛ ਵੀ ਨਹੀਂ। ਕੁਛ ਵੀ ਬਣਿਆ ਹੋਇਆ ਹੈ ਤੇ ਕਾਰਨ ਹੈ, ਜਿਸ ਨੂੰ ਅਸੀਂ ਪੰਜਵੇਂ ਪਾਤਸ਼ਾਹ ਦੀ ਹੀ ਬੋਲਾਂ 'ਚ ਪੜ੍ਹਦੇ ਹਾਂ ਵੀ ਜੇ ਦੇਹੀ ਵੀ ਮਿਲੀ ਹੈ ਤੇ ਯਾਦ ਰੱਖੀ ਇਹ ਦੇਹੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹਦਾ ਕਾਰਨ ਹੈ। ਅਸੀਂ ਬਾਹਰਲੀ ਦੇਹੀ ਤੱਕੀ ਵੀ ਕਰਮ ਤੱਕਿਆ ਵੀ ਸਾਡੇ ਘਰ ਧੀ ਹੋਈ ਹੈ, ਪੁੱਤ ਹੋਈ ਹੈ, ਅਸੀਂ ਉਸ ਨੂੰ ਲਾਡ ਲਡਾ ਰਹੇ, ਉਸ ਵਿੱਚ ਖੁੰਝ ਗਏ। ਭਗਤ ਉਹ ਗਹਿਰੇ ਤਲ ਤੇ ਜਾ ਕੇ ਕਹਿ ਰਹੇ ਨੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕਿ ਨ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਹੇ ਮਾਂ, ਤੂੰ ਕਿਸੇ ਹੋਰ ਪਾਸੇ ਲੱਗੀ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਉਧਰ ਦੇਖ ਪੇਖਤ ਹੀ ਜਮਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਹਿਆ ਹੈ ਮਾਇਆ। ਸਮਝ ਵੀ ਕਿਵੇਂ ਪਏ, ਮੋਹ ਦੇ ਵਸ ਹਾਂ ਅਸੀਂ, ਤੇ ਜਿਤਨਾ ਚਿਰ ਮੋਹ ਦੇ ਵਸ ਹਾਂ ਉਤਨਾ ਚਿਰ ਗਿਆਨ ਨਹੀਂ ਹੋ ਸਕਦਾ। ਜਿਉਂ ਹੀ ਅਸੀਂ ਮੋਹ ਤੋਂ ਬਾਹਰ ਨਿਕਲਾਂਗੇ ਤਿਉਂ ਹੀ ਗਿਆਨ ਪ੍ਰਾਪਤ ਹੋਏਗਾ, ਤਿਉਂ ਹੀ ਭਰਮ ਛਟੇਗਾ ਤੇ ਕਾਰਨ ਸਮਝ ਆਏਗਾ। ਇਹ ਦੇਹੀ ਜੋ ਮਿਲੀ ਹੈ, 9 ਦਰਵਾਜ਼ੇ ਮਿਲੇ ਨੇ, 10ਵਾਂ ਗੁਪਤ ਜੋ ਹੈ ਕਿਉਂ ਹੈ। 9 ਦਰਵਾਜ਼ਿਆਂ ਰਾਹੀਂ 10ਵੇਂ ਤੱਕ ਕਿਵੇਂ ਅਪੜਨਾ ਹੈ ਸਭ ਸਮਝ ਲੱਗਦੀ ਜਾਏਗੀ। ਭਗਤਾਂ ਨੇ ਕਾਰਨ ਦੀ ਖੋਜ ਕੀਤੀ ਹੈ ਤੇ ਇਸ ਲਈ ਉਹ ਸਫਲ ਹੋ ਗਏ। ਅਸੀਂ ਫਲ ਕਰਮ ਉੱਥੇ ਹੀ ਉਲਝ ਗਏ ਹਾਂ, ਕਾਰਨ ਦਾ ਪਤਾ ਹੀ ਨਹੀਂ ਕੀਤਾ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖੋ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਮੈਨੂੰ ਬਣਾਉਣ ਵਾਲਾ ਵੀ ਤੇ ਬਣਾਉਣ ਦੇ ਪਿੱਛੇ ਦਾ ਕਾਰਨ ਵੀ ਪਰਮਾਤਮਾ ਆਪ ਹੀ ਹੈ। ਮੈਨੂੰ ਕੀਤਾ ਵੀ ਉਹਨੇ ਹੈ ਤੇ ਮੇਰੀ ਉਤਪੱਤੀ ਦਾ ਕਾਰਨ ਉਹੀ ਹੈ, ਕੋਈ ਦੂਜਾ ਨਹੀਂ। ਦੂਸਰ ਨਾਹੀ ਕੋਇ। ਇਹ ਤੇ ਸਭ ਬਾਅਦ ਦੀਆਂ ਖੇਲਾਂ ਨੇ। ਵੀ ਮੈਂ ਕਹਾਂ ਜੀ ਮੇਰੇ ਘਰ ਪੁੱਤ ਹੋਇਆ ਹੈ, ਇਹ ਤੇ ਬਾਅਦ ਦੀਆਂ ਖੇਲਾਂ ਨੇ। ਪਹਿਲਾਂ ਪ੍ਰਮਾਤਮਾ ਨੇ ਕਰਨਾ ਚਾਹਿਆ ਹੈ ਤਾਂ ਹੋਇਆ। ਮਾਨੁਖ ਦੇ ਕੁਛ ਹੱਥ ਨਹੀਂ। ਜੇ ਸਾਡੇ ਹੀ ਹੱਥ ਹੋਏ ਤੇ ਫਿਰ ਲੋਕ ਭਟਕਦੇ ਕਿਉਂ ਫਿਰਨ। ਜਿਨ੍ਹਾਂ ਘਰ ਦਾਤ ਨਹੀਂ ਹੈ ਉਹ ਭਟਕਦੇ ਫਿਰਦੇ ਨੇ। ਜਿਸ ਵੱਲ ਪੁੱਤ ਨਹੀਂ ਹੈ, ਧੀਆਂ ਜਾਦੀਆਂ ਨੇ, ਉਹ ਵੀ ਇੱਧਰ ਉੱਧਰ ਥਾਂ ਫਰੋਲਦਾ ਫਿਰਦਾ। ਸਾਰੇ ਕੁਛ ਹੈ। ਸਾਹਿਬ ਕਹਿੰਦੇ ਤੇਥੋਂ ਇਲਾਵਾ ਕੋਈ ਨਹੀਂ, ਜੋ ਤੂੰ ਚਾਹਿਆ ਹੈ ਉਹੀ ਹੋਇਆ ਹੈ। ਉਸ ਦੇ ਪਿੱਛੇ ਦਾ ਕਾਰਨ ਵੀ ਤੁਸੀਂ ਹੋ, ਤੁਸੀਂ ਹੀ ਬਣਾਉਣਹਾਰ ਹੋ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਮੈਂ ਤੇਤੋਂ ਸਦਕੇ ਜਾਣਾ ਹਾਂ, ਬਲਿਹਾਰ ਜਾਣਾ ਹਾਂ। ਤੇਰੀ ਮੈਂ ਵਡਿਆਈ ਕੀ ਕਥਾ, ਤੁਸੀਂ ਸਭ ਥਾਈਂ ਹੋ। ਜਲ ਵਿੱਚ ਵੀ ਹੋ, ਥਲ ਵਿੱਚ ਵੀ ਹੋ, ਪਾਣੀ 'ਚ ਵੀ ਹੋ, ਧਰਤੀ 'ਚ ਵੀ ਹੋ, ਮਹੀਲ ਆਕਾਸ਼ 'ਚ ਵੀ ਤੁਸੀਂ ਹੀ ਹੋ। ਸੋਏ ਤੁਸੀਂ ਹੀ ਹੋ।
तेरे तो इलावा ना कोई करण वाला है ते ना ही कोई कारण है। ये सारी अष्टपदी का मूल भाव इस श्लोक च साहब ने दर्ज किया है। जितनी भी गल होएगी, जितने भी बनाए ने, जितनियां नूं भी परमात्मा ने किया है, कारण वही है, वही है। उसकी कृपा सदका ही होंद च आए हाँ, वही खेल खिला रहा है, आखिर नूं समेटेगा भी वही। पहले पदे च गुरु पातशाह जी जिक्र कर रहे ने, करन करावन करनै जोग, जो तिस भावै सोई भोग। परमात्मा आप करन दे ते दूजा कराउन दे समर्थ है। व्यक्तियों च समर्था हो सकती है, कोई शक्तिशाली बलवान हो सकता है, कहे ते मैं जी आ सारे काम आपे कर लेना। कई ऐसे भी हुंदे ने भी कहते ने भी साडे च आप ते बल नहीं है करन दा, पर इतनी एक समर्था है भी जिसनों मैं आखां वो सब कुछ कर देगा। कराउन दे समर्थ ने। कईयां नूं मैनेजमेंट का हिसाब आ गया, दूसरियां तो काम किवें लैणा, ते कईयां ने अपना शरीरक बल वरतिया। ये तो छोटियां छोटियां गल्लां ने। ते साहब शुरुआत करदे कहंदे ने, हे मेरे परम परमात्मा, तू आप भी कर सकदा है ते साथों भी करा सकदा। सारा कुछ करन दी समर्था तेरे च है। ते नाल साहब ये भी कहंदे ने, जिवें तेनू पाउंदा है, जित जित लावो तित तित लगना। जिथे जिथे तू लाउना है साहब जी, उत्थे उत्थे लगना पैंदा। कराउण दे समर्थ भी है। भगत इस गल नूं बड़े आनंद च कहंदे ने भी मैं नहीं तुरदा, तू मैनू तूरदा है, कराउना है। भगत जो नाम रसिया हो गया है, वो ये नहीं कहंदा भी हुण मैं जपदा हां, वो कहंदा मालका तू आप जपा रहा। असी सुखमनी साहिब जी पिछे पढ़ आए हाँ, आप जपाए जपै सो नाओ, आप गवाए सो हर गुण गाओ। प्रभ कृपा ते होए प्रगास, प्रभु दया ते कमल विगास। ये वो कर रहा है, करावन योग है। उन्हें कराता, उन्हें चाहया ते जपाता, उन्हें कमल प्रगास करना सी, वो करन दे समर्थ भी है, उन्हें कर दिता। साहब कहते जो तिस भावै सोई भोग। इस गल नूं भगतां ने पल्ले बन्निया है। वो कहते जो तेनू पाउंदा है मालका, उही हुंदा है, ते मैं विचकार क्यों आवां। इसलिए गुरु नानक साहब जी ने जपजी साहब दे विच सानू ये ज्ञान कराया है, ते आनंद भाव च कहा है, जो तुद भावै साई भली कार, तू सदा सलामत निरंकार। गहरी गल है भी मेरी होंद तो एक दो दिन दी है। कबीर साहब कहते 4 दिवस के पाहु ने, मैं तो इस धरती ते 4 दिनों का प्राहुणा मात्र है। मिलिया शरीर बिनस भी जाएगा, जाना ही पैना है। जे प्राप्ति हुई है तो समाप्त भी होएगी। पर हे परमात्मा जी, तुसी आद तो हो। जदों कोई रचना नहीं भी सी, उदों भी तुसी सच सी। जुगां दे विच भी जुगाद सच भी हो, है भी सच नानक होसी भी सच। अगां भी तुसी ही सच होना है। जो सदैव सच है उन्होंने ज्यादा पता होएगा कि मैं जो 4 दिनों का प्राहुणा हाँ, मैनू वध पता होएगा। भगत इसलिए किते नहीं कहते भी मैं सियाणा सी, मेरे नाल गलती हो गई, परमात्मा ने मैनू ये नहीं दिता, वो नहीं दिता। वो कहते तू सब जानदा है, मेरे नालों वध तैनू पता है कि की मैनू मिलना चाहिए ते की नहीं। मेरे नालों वध तू सियाणा है मेरे मालिक जी। इसलिए जो तुद भावै साई भली कार, तू सदा सलामत निरंकार। जो तेनू भा जाए उस तो वधिया की होएगा, वही ठीक है मेरे लिए। इसलिए मैं तेरे अगे हमेशा ही निमर रहना हाँ। साहब भी कहते ने पंजवें पातशाह, जो तिस भावै सोई होग। जो तेनू पाउंदा वापर जांदा। मैं तेरे शुक्र च हथ जोड़ रहा।
ਆਪ ਕਹਿੰਦੇ ਨੇ ਖਿਨ ਮੈਂ ਥਾਪ ਉਤਾਪਣ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਪਰਮਾਤਮਾ ਨੂੰ ਬਣਾਉਣ ਅਤੇ ਢਾਉਣ ਲੱਗਿਆਂ ਸਮਾਂ ਨਹੀਂ ਲੱਗਦਾ। ਕੁਦਰਤ ਦੇ ਵਿੱਚ ਸਾਨੂੰ ਲੱਗਦਾ ਵੀ 100 ਸਾਲ ਹੋ ਗਏ, ਪਰ ਉਸ ਨੂੰ ਬਣਾਉਣ ਲੱਗਿਆਂ ਤੇ ਢਾਉਣ ਲੱਗਿਆਂ ਖਿਨ ਵੀ ਨਹੀਂ ਲੱਗਦਾ। ਜਦੋਂ ਉਸ ਦੀ ਆਗਿਆ ਹੋ ਜਾਂਦੀ ਹੈ, ਸਾਹਿਬ ਕਹਿੰਦੇ ਨੇ ਤੁਸੀਂ ਕਿਤਨੇ ਵੀ ਯਤਨ ਕਰ ਲਓ, ਕਿਤਨਾ ਵੀ ਆਪਣੇ ਬਚਾਵ ਦਾ ਸਾਧਨ ਕਰੋ, ਤੇ ਉਹ ਕੀੜੀ ਦੇ ਦੁਆਰਾ ਵੀ ਸਾਖ ਖੋਣੇ ਜਾਣਦਾ ਹੈ। ਹੋਵਨ ਤਾਗਿਆ ਭਗਵਾਨ ਪੁਰਖੈ, ਨਾਨਕ ਕੀਤੀ ਸਾਸ ਕਰਖ ਤੇ ਜਿਸ ਨੂੰ ਉਹ ਬਚਾਉਣਾ ਚਾਹੇ, ਬਣਾਉਣਾ ਚਾਹੇ, ਉਸ ਨੂੰ ਹਜ਼ਾਰਾਂ ਹੀ ਕੋਈ ਵਾਰ ਕਰਦੇ ਤਾਂ ਵੀ ਉਸ ਨੂੰ ਸੰਭਾਲ ਲੈਂਦਾ, ਰੱਖ ਲੈਂਦਾ ਹੈ। ਇਤਿਹਾਸ ਇਸ ਗੱਲ ਦੀਆਂ ਗਵਾਹੀਆਂ ਭਰਦਾ ਹੈ। ਛੇਵੇਂ ਪਾਤਸ਼ਾਹ ਨੂੰ ਪ੍ਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਬਣਾਇਆ ਹੈ, ਆਪ ਹੀ ਸੰਸਾਰ ਤੇ ਭੇਜਿਆ ਹੈ ਤੇ ਆਪ ਹੀ ਸੰਭਾਲਿਆ ਵੀ ਹੈ। ਸੰਭਾਲਿਆ ਵੀ ਹੈ, ਸਾਰੇ ਕਾਰਜ ਹੋਏ ਨੇ। ਇਤਿਹਾਸ 'ਚ ਏਡੀ ਵੱਡੀ ਸਾਡੇ ਕੋਲ ਕੋਈ ਹੋਰ ਉਦਾਹਰਨ ਨਹੀਂ, ਜਿਸ ਨੂੰ ਪਹਿਲੇ ਦਿਨ ਤੋਂ ਹੀ ਸ਼ਰੀਕ ਮਾਰਨ ਤੇ ਤੁਲੇ ਹੋਏ ਨੇ, ਪਹਿਲੇ ਦਿਨ ਤੋਂ ਹੀ ਤੁਲੇ ਹੋਏ ਨੇ। ਹਰ ਵੇਲੇ ਉਹਨਾਂ ਦੇ ਅੱਖ ਵਿੱਚ ਰੜਕ ਰਹੇ ਨੇ। ਜਿਸ ਦਿਨ ਆਪ ਦਾ ਪ੍ਰਕਾਸ਼ ਹੋਇਆ, ਸੰਸਾਰ ਤੇ ਆਏ, ਉਸ ਦਿਨ ਤੋਂ ਹੀ ਰੜਕ ਚਾਲੂ ਹੈ। ਜਿੱਥੇ ਮੌਕਾ ਮਿਲਿਆ, ਜਿਸ ਤਰੀਕੇ ਨਾਲ ਹੋ ਸਕਿਆ, ਕਿਉਂਕਿ ਸੂਝ ਸਮੇਂ-ਸਮੇਂ ਦੇ ਨਾਲ ਪ੍ਰਫੁੱਲਿਤ ਹੁੰਦੀ ਹੈ ਨਾ, ਉਸ ਸਮੇਂ ਪ੍ਰਿਥੀ ਚੰਦ ਕੋਲ ਜਿਤਨੀ ਸੂਝ ਸੀ ਉਹਨੇ ਸਾਰੀ ਵਰਤੀ। ਵੀ ਦਾਈ ਨੂੰ ਪਰਮਾਲੋ, ਦਾਏ ਨੂੰ ਪਰਮਾਲੋ, ਸਪੇਰੇ ਨੂੰ ਪਰਮਾਲੋ, ਨਾਲ ਖੇਡਦੇ ਹਾਣੀ ਨੂੰ ਪਰਮਾਲੋ। ਵਿਚਾਰ ਕੇ ਦੇਖੋ ਵੀ ਹਾਣੀ ਦੇ ਨਾਲ ਤੇ ਆਪ ਘੱਟੋ ਘੱਟ 5, 6, 7 ਸਾਲ ਦੀ ਉਮਰ 'ਚ ਖੇਡਦੇ ਹੋਣੇ। ਇਸ ਤੋਂ ਛੋਟੀ ਉਮਰ 'ਚ ਤੇ ਹਾਣੀ ਦੇ ਨਾਲ ਬਾਹਰ ਖੇਲਣ ਜਾਣ ਦਾ ਮਤਲਬ ਨਹੀਂ ਬਣਦਾ। ਪ੍ਰਿਥੀ ਚੰਦ ਜਦੋਂ 6ਵੇਂ ਪਾਤਸ਼ਾਹ 6-7 ਸਾਲ ਦੇ ਹੋ ਗਏ ਨੇ, ਉਸ ਵੇਲੇ ਤੱਕ ਵੀ ਅੰਦਰ ਦਾ ਲਾਉਣ ਦੀ ਜੁਰਤ ਰੱਖਦਾ ਹੈ, ਸੋਚ ਰਿਹਾ ਹੈ ਵੀ ਅਜੇ ਵੀ ਜੇ ਕੋਈ ਗੱਲ ਬਣ ਜਾਏ। ਸਪੇਰਾ ਆਇਆ ਹੈ, ਘੱਟੋ ਘੱਟ ਆਪ ਜੀ ਦੀ ਉਮਰ 4 ਸਾਲ ਤਾਂ ਹੋਏਗੀ ਕਿ ਆਪ ਨੇ ਸੱਪ ਨੂੰ ਹੱਥੀਂ ਫੜ ਲਿਆ। ਆਪ 4 ਸਾਲ ਦੇ ਹੋ ਗਏ ਨੇ, ਫਿਰ ਵੀ ਸਪੇਰੇ ਰਾਹੀਂ ਯਤਨ ਹੋ ਰਿਹਾ ਵੀ ਸੱਪ ਦਾ ਡੰਗ ਮਰਾ ਦਿੱਤਾ ਜਾਏ। ਫਿਰ ਜਦੋਂ ਆਪ ਜੀ ਨੂੰ ਗੁਰਿਆਈ ਪ੍ਰਾਪਤ ਹੋ ਗਈ, ਮੈਦਾਨੇ ਜੰਗ ਆਪ 4 ਜੰਗਾਂ ਲੜ ਰਹੇ ਨੇ। ਚਾਰੇ ਵਾਰੇ ਦਲੇਰ ਸੂਰਮੇ ਅੱਗੋਂ ਲੜਨ ਆ ਰਹੇ ਨੇ। ਐਦਾਂ ਨਹੀਂ ਵੀ ਪੈਂਡੇ ਖਾਂ ਯੋਧਾ ਨਹੀਂ ਸੀ, ਸ਼ੇਰ ਖਾਂ ਹੋਰ ਜੋ ਆਏ ਕਾਲੇ ਖਾਂ ਵਰਗੇ ਉਹ ਯੋਧੇ ਨਹੀਂ ਸਨ। ਪਰ 6ਵੇਂ ਪਾਤਸ਼ਾਹ ਕਿਉਂਕਿ ਪਹਿਲ ਸੀ, ਜੰਗਾਂ ਕਦੇ ਹੋਈਆਂ ਹੀ ਨਹੀਂ ਸਨ, ਆਪ ਅਗਵਾਈ ਕਰ ਰਹੇ ਸਨ, ਅੱਗੇ ਹੋ ਕੇ ਲੜ ਰਹੇ ਸੀ। ਜਿਸ ਨੂੰ ਨਿਰਾਕਾਰ ਰੱਖਣ ਤੇ ਆਏ ਉਸ ਨੂੰ ਕੋਈ ਮਿਟਾ ਨਹੀਂ ਸਕਦਾ। ਜਿਸ ਨੂੰ ਪਰਮਾਤਮਾ ਮੁਕਾਉਣ ਤੇ ਆ ਜਾਏ ਉਸ ਨੂੰ ਕੋਈ ਦਵਾ, ਕੋਈ ਘਰ, ਕੋਈ ਟਿਕਾਣਾ ਬਚਾ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਤੇਰੀ ਖੇਲ ਕੋਈ ਬਾਲੀ ਲੰਮੀ ਨਹੀਂ ਪੈਂਦੀ, ਖਿਨ ਮੈਂ ਥਾਪ ਉਥਾਪਣ ਹਾਰਾ। ਤੈਨੂੰ ਭਾਏ ਤੇ ਖਿਨ 'ਚ ਬਣ ਵੀ ਸਕਦੇ ਹਾਂ ਤੇ ਖਿਨ 'ਚ ਮੁੱਕ ਵੀ ਸਕਦੇ। ਉਹਦੀ ਬਖਸ਼ ਹੈ। ਆਮ ਜੀਵਨ ਚੱਲ ਰਿਹਾ ਹੈ, ਉਹ ਖਿਨ 'ਚ ਹੀ ਤਬਦੀਲੀ ਲਿਆ ਦੇਗਾ। ਇੱਕ ਖਿਨ ਬਹੁਤ ਹੈ ਗਿਆਨ ਹੋਣ ਲਈ। ਕੁਛ ਵੀ ਨਹੀਂ ਹਾਂ, ਪਰ ਸਭ ਕੁਛ ਹੋ ਜਾਵਾਂਗੇ ਇੱਕ ਖਿਨ ਦੇ ਵਿੱਚ ਹੀ। ਕੋਈ ਬਹੁਤਾ ਸਮਾਂ ਨਹੀਂ ਪਏਗਾ। ਸਾਹਿਬ ਕਹਿੰਦੇ ਸਭ ਕੁਛ ਉਹ ਇੱਕ ਖਿਨ ਦੇ ਵਿੱਚ ਨਾਸ਼ ਵੀ ਕਰ ਸਕਦਾ। ਖਿਨ ਮੈਂ ਥਾਪ ਉਥਾਪਣ ਹਾਰਾ, ਅੰਤ ਨਹੀਂ ਕਿਛ ਭਾਰਾ। ਉਸ ਦੀ ਵਡਿਆਈ ਦਾ, ਉਸ ਦੇ ਕੀਤੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕੀ ਦ੍ਰਿਸ਼ਟਾਓਗੇ ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਉਸ ਦੇ ਹੁਕਮ 'ਚ ਹੀ ਸਭ ਧਰਤੀ, ਸਭ ਬ੍ਰਹਮੰਡ ਟਿਕਿਆ ਹੋਇਆ। ਉਸ ਦੇ ਹੁਕਮ 'ਚ ਬਿਨਾਂ ਆਸਰੇ ਤੋਂ ਸਭ ਟਿਕੇ ਹੋਏ। ਹਵਾ 'ਚ ਧਰਤੀ ਝੂਲ ਰਹੀ ਹੈ, ਬਿਨਾਂ ਕਿਸੇ ਆਸਰੇ ਤੋਂ, ਬਿਨਾਂ ਕਿਸੇ
ਧੌਲੇ ਬਲਦ ਦੇ ਆਸਰੇ ਤੋਂ ਟਿਕੀ ਹੈ। ਲੋਕਾਂ ਕਿਹਾ ਜੀ ਧੌਲੇ ਬਲਦ ਦਾ ਆਸਰਾ ਹੈ, ਸਾਹਿਬ ਕਹਿੰਦੇ ਨਹੀਂ, ਇਹ ਧੌਲੇ ਬਲਦ ਦਾ ਆਸਰਾ ਨਹੀਂ ਹੈ। ਸਮਝ ਪੈ ਜਾਏ ਤੇ ਤਿਸ ਤੇ ਭਾਰਤ ਲੈ ਕਵਨ ਜੋਰ, ਦੱਸੋ ਫਿਰ ਉਸ ਦੇ ਹੇਠਾਂ ਕੀ ਜੋਰ ਹੈ। ਇਹ ਤੇ ਧੌਲ ਧਰਮ ਹੈ, ਦਇਆ ਕਾ ਪੂਤ ਹੈ, ਸੰਤੋਖ ਥਾਪ ਰੱਖਿਆ ਜਿਨ ਸੂਤ। ਇਹ ਤੇ ਧਰਮ ਰੂਪੀ ਧੌਲੇ ਬਲਦ ਦੇ ਆਸਰੇ ਟਿਕੀ ਹੋਈ ਹੈ। ਨਿਯਮ ਹੈ, ਧਰਮ ਕੀ ਹੈ? ਨਿਯਮ ਹੈ। ਧਰਮ ਦੇ ਵਿੱਚ ਕੀ ਸਿਖਾਇਆ ਜਾਂਦਾ ਹੈ? ਆ ਚੰਗਿਆਈਆਂ ਦੇ ਨਿਯਮ ਨੇ ਅਪਣਾ ਲਓ। ਸਾਰੀ ਦੀ ਸਾਰੀ ਕਾਇਨਾਤ ਪ੍ਰਮਾਤਮਾ ਦੇ ਨਿਯਮ ਦੇ ਵਿੱਚ ਟਿਕੀ ਹੋਈ ਹੈ, ਉਸ ਤੋਂ ਬਾਹਰ ਨਹੀਂ ਹੈ। ਇਹੀ ਹੁਕਮ ਹੈ। ਸਾਹਿਬ ਕਹਿੰਦੇ ਹੁਕਮੇ ਧਾਰ ਅਤਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਉਸ ਦੇ ਹੁਕਮ ਦੇ ਵਿੱਚ ਹੀ ਜੰਮਣ ਹੈ, ਉਸ ਦੇ ਹੁਕਮ ਦੇ ਵਿੱਚ ਹੀ ਮਰਨ ਵੀ ਹੈ, ਸਮਾ ਜਾਣਾ ਨਿਸ਼ਚੈ ਹੈ। ਆਪ ਕਹਿੰਦੇ ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਉਸ ਦੇ ਹੁਕਮ 'ਚ ਕੋਈ ਉੱਚਾ ਹੈ, ਕੋਈ ਨੀਵਾਂ ਹੈ, ਇਸ ਵਿਵਹਾਰ 'ਚ ਲੱਗਾ ਹੋਇਆ ਹੈ। ਭਗਤਾਂ ਨੇ ਇਸ ਗੱਲ ਨੂੰ ਬੜੇ ਸਹਿਜ ਭਾਵ 'ਚ ਜਾਣਿਆ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇਸ ਨੂੰ ਉਸੇ ਭਾਵ 'ਚ ਵਿਖਿਆਨ ਕੀਤਾ ਹੈ। ਜੇ ਮੈਂ ਕਹਿੰਦਾ ਵੀ ਪ੍ਰਮਾਤਮਾ ਤੇਰੀ ਕੁਦਰਤ 'ਚ ਅਸੰਖ ਜਪ ਅਸੰਖ ਭਾਵ ਨੇ, ਮੈਂ ਕਿਵੇਂ ਕਹਿਦਾ ਵੀ ਤੇਰੀ ਕੁਦਰਤ 'ਚ ਅਸੰਖ ਮੂਰਖੰਦ ਖੋਰ, ਅਸੰਖ ਚੋਰ ਹਰਾਮਖੋਰ ਨਹੀਂ? ਇਹ ਵੀ ਪਰ ਮੈਂ ਹੁਣ ਇਹਨਾਂ ਦੋਵਾਂ ਦਾ ਵੱਖ ਭੇਦ ਕਰਦਿਆਂ ਹੋਇਆਂ ਇਹ ਕਿਵੇਂ ਕਹਿਦਾ ਵੀ ਇਹ ਠੀਕ ਹੈ ਤੇ ਉਹ ਗਲਤ ਹੈ? ਸਾਹਿਬ ਕਹਿੰਦੇ ਨਹੀਂ, ਇਹ ਤੇ ਅੱਗੇ ਜਾਇਆ ਹੀ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੌਣ ਚੰਗਾ ਹੈ ਕੌਣ ਮਾੜਾ ਹੈ। ਮੈਂ ਇੱਥੇ ਕਿਸ ਬਾਬਤ ਦੱਸਾਂ? ਸਾਰੀ ਕਾਇਨਾਤ ਤੇਰੀ ਹੈ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਤੇਰਾ ਜ਼ੋਰ ਹੈ, ਤੇਰਾ ਹੁਕਮ ਹੈ, ਤੁਸੀਂ ਹੀ ਤੇ ਬਣਾਇਆ ਹੈ ਊਚ ਨੂੰ, ਤੁਸੀਂ ਤੇ ਬਣਾਇਆ ਨੀਚ ਨੂੰ। ਮੈਂ ਕਿਵੇਂ ਕਹਿਦਾ ਵੀ ਇੱਕ ਚੰਗਾ ਇੱਕ ਮਾੜਾ? ਮਾੜੇ ਨੂੰ ਮਾੜਾ ਕਹਾਂਗੇ ਤੇ ਤੇਰੀ ਕੁਦਰਤ ਨੂੰ ਮਾੜਾ ਕਿਹਾ ਜਾਏਗਾ। ਕਿਤਨੇ ਗਹਿਰੇ ਭਾਵ 'ਚ ਭਗਤ ਸੋਚਦੇ, ਮਾੜੇ ਨੂੰ ਮਾੜਾ ਵੀ ਨਹੀਂ ਕਹਿ ਰਹੇ। ਜੇ ਕੋਈ ਅਗਿਆਨਤਾ 'ਚ ਗਰਕ ਹੈ, ਅਗਿਆਨਤਾ ਹੀ ਤੇ ਹੈ ਕਾਰਨ, ਜਿਹੜਾ ਮੁੱਖ ਕਾਰਨ ਹੈ ਸਾਡੇ ਭਟਕਣ ਦਾ, ਨਸ਼ਿਆਂ 'ਚ ਜਾਣ ਦਾ, ਮਾੜੇ ਕਰਮਾਂ 'ਚ ਪੈਣ ਦਾ ਅਗਿਆਨਤਾ ਹੈ। ਸਹੀ ਗਿਆਨ ਦਾ ਨਾ ਹੋਣਾ, ਸਹੀ ਸਿੱਖਿਆ ਪੱਲੇ ਨਾ ਹੋਣੀ, ਜੋ ਸਿੱਖਿਆ ਸੀ ਉਸ ਰਸਤੇ ਤੁਰ ਪਏਗਾ। ਮੈਂ ਕਿਵੇਂ ਕਹਿਦਾ ਵੀ ਆਪਣੇ ਆਪ ਭਟਕ ਗਿਆ? ਇਹ ਵੀ ਤੇਰੀ ਹੀ ਕੁਦਰਤ 'ਚ ਹੈ। ਭਾਵਾਂ ਕਿ ਕਰਮ ਉਸਦੇ ਹੀ ਨੇ, ਇਹ ਯਾਦ ਰੱਖੀਏ। ਗੁਰਬਾਣੀ ਜਪਜੀ ਸਾਹਿਬ ਇਹ ਵੀ ਕਹਿੰਦਾ ਹੈ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਪਰ ਜਿਸ ਵੇਲੇ ਗੱਲ ਹੋਏਗੀ ਉੱਚੇ ਤੇ ਨੀਵੇਂ ਦੀ, ਸਾਹਿਬ ਕਹਿੰਦੇ ਮੈਂ ਨਹੀਂ ਕਿਸੇ ਨੂੰ ਨੀਵਾਂ ਕਹਿੰਦਾ, ਤੇਰੀ ਕੁਦਰਤ ਹੈ। ਉਹ ਅੱਗੇ ਜਾ ਕੇ ਪਤਾ ਲੱਗੇਗਾ। ਪਰ ਮੈਂ ਕਿਸੇ ਨੂੰ ਮੰਦੇ ਬੋਲ ਕਿਉਂ ਕਹਾਂ ਵੀ ਤੂੰ ਮਾੜਾ? ਤੇਰੇ ਹੱਥ ਜ਼ੋਰ ਹੈ, ਤੁਸੀਂ ਕਿਸੇ ਨੂੰ ਭਗਤੀ 'ਚ ਵੀ ਲਾਇਆ, ਕਿਸੇ ਨੂੰ ਮੰਦ ਕਰਮਾਂ 'ਚ ਵੀ ਲਾਇਆ। ਅੰਦਰ ਤਾਕਤ ਤਾਂ ਤੇਰੀ ਹੀ ਦਿੱਤੀ ਹੈ। ਜੇ ਤੁਸੀਂ ਧਰਤੀ ਟਿਕਾਈ ਹੈ ਤੇ ਊਚ ਨੀਚ ਦੇ ਵਿਵਹਾਰ ਵੀ ਤੁਸੀਂ ਹੀ ਬਣਾਏ ਨੇ, ਆਪਣੇ ਆਪ ਨਹੀਂ ਬਣਦੇ। ਚੰਗਿਆਈਆਂ ਕਮਾਉਣ ਵਾਲੇ ਭਗਤ ਹਮੇਸ਼ਾ ਹੀ ਕਹਿੰਦੇ ਨੇ, ਜੇ ਮੈਂ ਚੰਗਿਆਈਆਂ ਕਰ ਰਿਹਾ ਤੇ ਤੂੰ ਹੀ ਲਾਇਆ। ਤੇਰੇ ਭਾਵ 'ਚ ਹੁੰਦਾ ਤੂੰ ਮੈਨੂੰ ਸ਼ੁੱਧ ਪਾਸੇ ਲਾਇਆ, ਪਰ ਤੇਰੇ ਹੁਕਮ 'ਚ ਕਈ ਅਗਿਆਨਤਾ 'ਚ ਵੀ ਉਲਝੇ ਹੋਏ। ਕਿਸ ਪ੍ਰਕਾਰ ਕਹਿਦਾ ਵੀ ਮੈਂ ਹੀ ਠੀਕ ਹਾਂ, ਸਭ ਠੀਕ ਨੇ। ਇਹ ਗਿਆਨ ਹਮੇਸ਼ਾ ਅੰਦਰ ਬਣਿਆ ਰਹੇ ਕਿ ਪ੍ਰਮਾਤਮਾ ਤੇਰੀ ਕੁਦਰਤ 'ਚ ਸਭ ਠੀਕ ਨੇ। ਤਾਂ ਤੇ ਮੇਰੇ ਸਾਹਿਬ ਕਹਿੰਦੇ ਨੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਇੱਕ ਰੰਗ ਨਹੀਂ ਹੈ, ਅਨਕ ਰੰਗ। ਜਿਸ ਨੂੰ ਅਸੀਂ ਕਹਿੰਦੇ ਆ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੇ। ਤੇਰੇ ਅਨੰਤ ਰੰਗ ਨੇ, ਮੈਂ ਤੇ ਜਾਣਿਆ ਹੀ ਕੁਛ ਨਹੀਂ।
ਪਰ ਮੈਨੂੰ ਇਤਨਾ ਪਤਾ ਹੈ ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਜੋ ਤੈਨੂੰ ਪਾ ਜਾਏ ਉਹ ਬਿਲਕੁਲ ਠੀਕ ਹੈ। ਤੇਰੇ ਅਨੇਕ ਰੰਗ ਨੇ, ਕੀ ਪਤਾ ਤੈਨੂੰ ਕਿਸ ਅਵਸਥਾ 'ਚ ਪਾ ਜਾਈਏ, ਕਿੱਥੇ ਤੇਰੀ ਮੌਜ ਬਣ ਜਾਏ, ਕਿੱਥੇ ਤੁਹਾਨੂੰ ਲੱਗੇ ਵੀ ਸਭ ਠੀਕ ਹੈ। ਆਪ ਕਹਿੰਦੇ ਨੇ ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਸਭ ਵਡਿਆਈਆਂ ਉਸ ਦੀਆਂ ਹੀ ਨੇ, ਉਹ ਕਰ ਕਰਕੇ ਸਾਨੂੰ ਬਣਾ ਬਣਾ ਕੇ ਵੇਖ ਰਿਹਾ ਹੈ। ਦੇਖਣ ਤੋਂ ਭਾਵ ਜੇ ਉਸਨੇ ਮੈਨੂੰ ਬਣਾਇਆ ਹੈ ਤਾਂ ਉਸਨੇ ਮੈਨੂੰ ਛੱਡਿਆ ਨਹੀਂ ਹੈ, ਇਕੱਲਾ ਨਹੀਂ ਕਰ ਦਿੱਤਾ। ਇਸ ਕੁਦਰਤ ਦੇ ਵਿੱਚੋਂ ਮੇਰੇ ਨਾਲ ਹੈ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਹੈ ਬੜਾ ਔਖਾ। ਜੇ ਤੁਸੀਂ ਕਹੋਗੇ ਵੀ ਮੈਂ ਇਸ ਨੂੰ ਕਿਵੇਂ ਸਮਝਾਵਾਂ, ਬੜਾ ਔਖਾ ਹੈ। ਕਰ ਕਰ ਵੇਖਿਆ ਨਦਰ ਨਿਹਾਲ, ਨਾਨਕ ਕਥਨਾ ਕਰੜਾ ਸਾ। ਹੈ ਉਸ ਦੀ ਕੁਦਰਤ ਐਸੀ, ਮੈਨੂੰ ਬਣਾ ਵੀ ਰਿਹਾ ਹੈ ਤੇ ਮੇਰੇ ਨਾਲ ਵੀ ਹੈ, ਮੇਰੀ ਸੰਭਾਲ ਵੀ ਕਰ ਰਿਹਾ ਹੈ, ਮੇਰੀਆਂ ਚੰਗਿਆਈਆਂ ਬੁਰਾਈਆਂ ਸਭ ਦੇਖ ਰਿਹਾ, ਮੇਰੇ ਤੋਂ ਨਿਰਾਸ਼ ਨਹੀਂ ਹੈ, ਮੇਰੀ ਉਡੀਕ ਕਰ ਰਿਹਾ ਹੈ ਵੀ ਕਦੋਂ ਮੈਂ ਪਲਟਾਂ ਚੰਗਿਆਈਆਂ ਨੂੰ ਤੇ ਮੈਨੂੰ ਫਿਰ ਨਾਲ ਗੱਲ ਲਾ ਲਈ। ਕਦੇ ਤੇ ਮੈਂ ਗੁਰੂ ਦੇ ਨਾਲ ਜੁੜ ਕੇ ਆਪਣੀਆਂ ਅੱਖਾਂ ਖੋਲਾਂ, ਅਗਿਆਨਤਾ ਛੱਟ ਜਾਏਗੀ। ਜਿਵੇਂ ਗੁਰੂ ਦੇ ਦਿੱਤੇ ਚਾਨਣ 'ਚ ਮੈਂ ਤੱਕਾਂਗਾ। ਸ਼ਬਦ ਚਾਨਣ ਹੈ, ਮੇਰੇ ਜੀਵਨ ਰਾਹ ਨੂੰ ਰੁਸ਼ਨਾਉਂਦਾ ਹੈ। ਜਿਵੇਂ ਗੁਰੂ ਦੀ ਦਸਤੀ ਸਿੱਖਿਆ ਦੇ ਵਿੱਚ ਦੇਖਾਂਗੇ ਉਵੇਂ ਹੀ ਸ਼ੁੱਧਤਾ ਆਉਣ ਲੱਗ ਜਾਏਗੀ। ਉਹ ਤੇ ਬਣਾ ਕੇ ਦੇਖ ਰਿਹਾ, ਮੇਰੇ ਵੱਲ ਬੜੀ ਨਿਗਾਹ ਦੇ ਨਾਲ ਤੱਕ ਰਿਹਾ। ਹਰੇਕ ਕਰਮ ਨੂੰ ਕਰ ਕਰ ਦੇਖਿਆ ਆਪਣੀ ਵਡਿਆਈ, ਉਸ ਦੀ ਹੀ ਵਡਿਆਈ। ਜੇ ਮੈਂ ਭਾ ਗਿਆ, ਜੇ ਸਫਲ ਹੋ ਗਿਆ ਤਾਂ ਵੀ ਉਸ ਦੀ ਵਡਿਆਈ। ਨਾਨਕ ਸਭ ਮੈਂ ਰਹਿਆ ਸਮਾਈ, ਉਹ ਸਾਰਿਆਂ 'ਚ ਸਮਾਇਆ ਹੋਇਆ। ਕੋਈ ਮੰਦਾ ਨਹੀਂ ਹੈ, ਕੋਈ ਚੰਗਾ ਨਹੀਂ ਹੈ, ਸਭ ਉਸ ਦੇ ਰੂਪ ਨੇ। ਭਗਤ ਨੂੰ ਇਸ ਭਾਵ 'ਚ ਹੀ ਉਹ ਦਿਸਦਾ ਹੈ। ਇਸ ਲਈ ਕਹਿੰਦੇ ਨੇ ਵੀ ਕਾਰਨ ਉਹੀ ਹੈ, ਕੀਤਾ ਉਹਨੇ ਹੈ। ਜੇ ਊਚ ਹੈ ਕੋਈ ਨੀਚ ਹੈ ਤੇ ਕਾਰਨ ਵੀ ਉਹੀ ਹੈ। ਕਰਨ ਕਾਰਨ ਪਵ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਏ। ਮੈਂ ਬਲਿਹਾਰ ਜਾਨਾ ਉਸ ਤੋਂ ਜੋ ਜਲ ਥਲ ਮਹੀਅਲ ਸਭ ਥਾਂ ਤੇ ਵਸਿਆ ਹੋਇਆ। ਮੇਰੀ ਹੋਂਦ ਦਾ, ਮੇਰੇ ਹੋਣ ਦਾ ਕਾਰਨ ਉਹੀ ਹੈ, ਬਣਾਇਆ ਵੀ ਉਸਨੇ ਹੈ ਤੇ ਉਸ 'ਚ ਹੀ ਮਿਲਣਾ ਹੈ। ਇਸ ਕਾਰਨ ਦੇ ਨਾਲ ਉਸਨੇ ਇੱਥੇ ਭੇਜਿਆ। ਸਾਹਿਬ 11ਵੀਂ ਅਸ਼ਟਪਦੀ ਦੇ ਪਹਿਲੇ ਪਦੇ 'ਚ ਮਤ ਬਖਸ਼ ਰਹੇ ਸਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਨੀ ਦੀ। ਪਿਆਰ ਅਦਬ ਅਤੇ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।